ਹੈਲੋ ਸਟੂਡੈਂਟਸ। ਸੋ ਬੇਟਾ ਅੱਜ ਆਪਾਂ ਲੋਕਤੰਤਰ ਅਤੇ ਸਮਾਨਤਾ ਦੀ ਇੱਕ ਕੁਇਕ ਰਿਵੀਜ਼ਨ ਇਹ ਚੈਪਟਰ ਦੀ ਕਰਾਂਗੇ। ਸੋ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਲੋਕਤੰਤਰ ਬਾਰੇ ਦੁਆਰਾ ਆਈਡੀਆ ਦੇ ਰਿਹਾ ਹੈ ਨਾ। ਦੇਖੋ, ਲੋਕਤੰਤਰ ਦਾ ਆਰੰਭ ਆਪਾਂ ਨੂੰ ਪਤਾ ਵੀ ਯੂਨਾਨ ਦੇ ਸ਼ਹਿਰ ਐਥਨਸ ਹੋਇਆ ਸੀ। ਬਹੁਤ ਪੁਰਾਣਾ ਲੋਕਤੰਤਰ, ਜਿੱਥੋਂ ਸਟਾਰਟਿੰਗ ਤੋਂ ਲੋਕਤੰਤਰ ਐਥਨਸ ਤੋਂ ਸ਼ੁਰੂ ਹੋਇਆ ਸੀ ਹੈ ਨਾ। ਉੱਥੇ ਜਿਹੜੇ ਲੋਕ ਸੀਗੇ, ਉੱਥੋਂ ਦੇ ਜਿਹੜੇ ਲੋਕਤੰਤਰ ਦੇ ਵਿੱਚ ਲੋਕ 2500 ਸਾਲ ਪੁਰਾਣਾ ਕਹਿੰਦੇ ਵੀ ਇਹ ਲੋਕਤੰਤਰ ਮੰਨਿਆ ਜਾਂਦਾ ਵੀ ਉੱਥੇ 2500 ਸਾਲ, ਲਗਭਗ 2500 ਸਾਲ ਪਹਿਲਾਂ ਉੱਥੇ ਲੋਕਤੰਤਰ ਸੀਗਾ ਹੈ ਨਾ। ਐਥਨਸ ਦੇ ਲੋਕ ਜਿਹੜੇ ਸੀਗੇ ਸਾਲ ਦੇ ਵਿੱਚ ਕਈ ਵਾਰ ਇਕੱਠੇ ਹੋ ਕੇ ਆਪਣੀ ਸਭਾ ਕਰਦੇ ਸੀ ਅਤੇ ਡਿਸੀਜਨ ਲੈਂਦੇ ਸੀ। ਡਾਇਰੈਕਟਲੀ ਜਿਹੜੇ ਉਹ ਡਿਸੀਜਨ, ਜਿਹੜੇ ਉਹ ਫੈਸਲੇ ਲੈ ਲੈਂਦੇ ਸੀ, ਉਸ ਨੂੰ ਉਹਨਾਂ ਨੂੰ ਲਾਗੂ ਕਰ ਦਿੰਦੇ ਸੀ। ਇਸ ਤਰ੍ਹਾਂ ਹੀ ਜਿਹੜਾ ਸ਼ਾਸਨ ਚਲਾਉਣ ਦਾ ਜਾਂ ਰਾਜ ਪ੍ਰਬੰਧ ਚਲਾਉਣ ਦੀ ਪ੍ਰਕਿਰਿਆ, ਇਸ ਨੂੰ ਅਸੀਂ ਸਿੱਧਾ ਲੋਕਤੰਤਰ ਕਿਹਾ ਜਾਂਦਾ ਵੀ ਲੋਕ ਇਕੱਠੇ ਹੋਏ, ਉਹਨਾਂ ਨੇ ਫੈਸਲਾ ਲਿਆ, ਕੋਈ ਸਰਬਸੰਮਤੀ ਕੀਤੀ ਅਤੇ ਉਹਨਾਂ ਨੂੰ ਆਪਣੇ ਉਹਦੇ 'ਤੇ ਲਾਗੂ ਕਰ ਦਿੱਤਾ। ਇਸ ਨੂੰ ਅਸੀਂ ਸਿੱਧਾ ਲੋਕਤੰਤਰ ਕਹਿੰਦੇ ਹਾਂ। ਇੱਥੇ ਤੁਸੀਂ ਯਾਦ ਰੱਖਿਓ, ਜੇ ਹੁਣ ਪੁੱਛਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਵੀ ਸਿੱਧਾ ਲੋਕਤੰਤਰ ਕਿਹੜੇ ਦੇਸ਼ ਦੇ ਵਿੱਚ ਹੈ, ਤਾਂ ਦੁਨੀਆ ਦਾ ਇੱਕ ਦੇਸ਼ ਹੈ ਸਵਿਟਜ਼ਰਲੈਂਡ, ਉੱਥੇ ਸਿੱਧਾ ਲੋਕਤੰਤਰ ਹੈ। ਠੀਕ ਹੈ ਬੇਟਾ। ਸੋ ਅੱਗੇ ਹੈ ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਹੋਈ ਸੀ। ਯੂਰਪ ਦੇ ਜਿਹੜੇ ਕੰਟਰੀ ਸੀ ਉਹਦੇ ਵਿੱਚ ਜਿਹੜਾ ਆਧੁਨਿਕ ਲੋਕਤੰਤਰ ਹੈ, ਮਾਡਰਨ ਜਿਹੜਾ ਹੁਣ ਲੋਕਤੰਤਰ ਚੱਲ ਰਿਹਾ, ਉਹਦੀ ਸਥਾਪਨਾ ਹੋਈ ਸੀ। 17ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਕ੍ਰਾਂਤੀ ਆਈ। ਉਸ ਤੋਂ ਮਗਰੋਂ 18ਵੀਂ ਸਦੀ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ। ਇਹਦੇ ਨਾਲ ਲੋਕਾਂ ਨੇ ਜਿਹੜਾ ਹੈ ਨਵੇਂ ਸਿਧਾਂਤ ਬਣਾਇਆ ਵੀ ਕਾਨੂੰਨ ਦਾ ਰਾਜ ਹੋਊਗਾ ਹੈ ਨਾ। ਕਾਨੂੰਨ ਰਾਜ ਕਰੂਗਾ, ਜਿਹਦੇ ਵਿੱਚ ਲੋਕਤੰਤਰ ਸਾਰੇ ਕੰਟਰੀਜ਼ ਦੇ ਵਿੱਚ ਇਹਨਾਂ ਦੁਆਰਾ ਅਡੋਪਟ ਕੀਤਾ ਗਿਆ, ਲਾਗੂ ਕੀਤਾ ਗਿਆ ਹੈ ਨਾ। ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ। ਸਾਨੂੰ ਪਤਾ ਹੀ ਵੀ ਲੋਕਤੰਤਰ ਕੀ ਕਹਿੰਦਾ ਵੀ ਕਾਨੂੰਨ ਜੋ ਉੱਥੇ ਰੂਲਸ ਰੈਗੂਲੇਸ਼ਨ ਬਣਾਏ ਹੋਏ ਨੇ, ਉਹਨਾਂ ਦਾ ਕਾਨੂੰਨ ਦਾ ਰਾਜ ਹੋਵੇ। ਇਹ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਜਿਹੜੀ ਵੀ ਸਰਕਾਰ ਚੁਣੀ ਜਾਂਦੀ ਹੈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ, ਲੋਕਾਂ ਲਈ ਚੁਣੀ ਜਾਂਦੀ ਹੈ, ਲੋਕਾਂ ਵਿੱਚੋਂ ਚੁਣੀ ਜਾਂਦੀ ਹੈ। ਫਿਰ ਉਹਦਾ ਮੁੱਖ ਮੰਤਵ ਕੀ ਹੁੰਦਾ? ਲੋਕਾਂ ਦੀ ਭਲਾਈ ਦੇ ਕੰਮ ਕਰਨੇ। ਸਾਰੇ ਬਾਲਗ ਤੋਂ ਭਾਵ ਜਿਨ੍ਹਾਂ ਦੀ ਉਮਰ, ਜਿਵੇਂ ਸਾਡੇ ਇੰਡੀਆ ਦੇ ਵਿੱਚ ਬਾਲਗ ਹੋਣ ਦੀ ਉਮਰ 18 ਸਾਲ ਹੈ, ਜਿਨ੍ਹਾਂ ਦੀ ਉਮਰ 18 ਸਾਲ ਹੋ ਗਈ, ਉਹਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਆਪਣੀ ਵੋਟ ਪਾਉਣ ਦਾ ਹੈ ਨਾ, ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਮਿਲ ਜਾਂਦਾ। ਇਹ ਸਾਰਾ ਸਾਡਾ ਉਹਦੇ ਵਿੱਚ ਕਾਨੂੰਨ ਦੇ ਵਿੱਚ ਲਿਖਿਆ ਗਿਆ। ਲੋਕਤੰਤਰ ਦਾ ਸਿੱਧਾ ਸਿਧਾਂਤ ਸਮਾਨਤਾ ਅਤੇ ਸੁਤੰਤਰਤਾ, ਇੰਡੀਪੈਂਡੈਂਟ ਦਾ ਸੁਤੰਤਰਤਾ ਦਾ ਹੈਗਾ ਸਿਧਾਂਤ ਹੈ ਜਿਹੜਾ ਲੋਕਤੰਤਰਤਾ ਦਾ ਹੈ ਨਾ। ਵੀ ਲੋਕਾਂ ਨੂੰ ਸਾਰਿਆਂ ਨੂੰ ਸਮਾਨਤਾ ਮਿਲੇ, ਆਜ਼ਾਦੀ ਮਿਲੇ। ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਤੁਹਾਨੂੰ ਯਾਦ ਹੋਵੇ ਵੱਖ-ਵੱਖ ਕੰਟਰੀਜ਼ ਦੇ ਵਿੱਚ ਵੱਖ-ਵੱਖ ਸਮੇਂ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਪਰ ਭਾਰਤ ਦੇ ਵਿੱਚ ਪਹਿਲੇ ਦਿਨ ਤੋਂ ਹੀ, ਜਦੋਂ ਤੋਂ ਭਾਰਤ ਦੇ ਵਿੱਚ ਇਲੈਕਸ਼ਨਜ਼ ਸ਼ੁਰੂ ਹੋਈਆਂ ਨੇ ਹੈ ਨਾ, ਚੋਣ ਕਮਿਸ਼ਨ ਬਣਿਆ ਹੈ, ਉਸ ਦਿਨ ਤੋਂ ਹੀ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਜਦੋਂ ਵੋਟ ਪਾਉਣ ਦਾ ਅਧਿਕਾਰ ਸਾਰੇ ਬਾਲਗਾਂ ਨੂੰ ਹੁੰਦਾ ਹੈ, ਮਿਲ ਜਾਵੇ, ਤਾਂ ਉਸ ਨੂੰ ਅਸੀਂ ਵਿਆਪਕ ਮਤ ਅਧਿਕਾਰ ਬੋਲਦੇ ਹਾਂ। ਵਿਆਪਕ ਮੀਨਜ਼ ਉਹ ਅਧਿਕਾਰ ਜਦੋਂ ਸਾਰੇ ਬਾਲਗਾਂ ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ, ਤਾਂ ਉਸ ਨੂੰ ਅਸੀਂ ਵਿਆਪਕ ਮਤ ਅਧਿਕਾਰ ਬੋਲਦੇ ਹਾਂ, ਜੋ ਕਿ ਸਮਾਨਤਾ ਦੇ ਅਧਿਕਾਰ ਅਨੁਸਾਰ ਜ਼ਰੂਰੀ ਹੈ। ਜਦੋਂ ਅਸੀਂ ਸਮਾਨਤਾ ਦਿੱਤੀ ਹੈ, ਇਕੁਐਲਿਟੀ ਦਿੱਤੀ ਹੈ, ਤਾਂ ਉਸ ਅਧਿਕਾਰ ਦੇ ਅਧੀਨ ਇਹ ਵੋਟ ਪਾਉਣ ਦਾ ਅਧਿਕਾਰ ਜ਼ਰੂਰੀ ਹੈ। ਸੋ ਇਹ ਆਪਾਂ ਹਲਕਾ ਜਿਹਾ ਲੋਕਤੰਤਰ ਅਤੇ ਉਹਦੇ ਸਮਾਨਤਾ ਬਾਰੇ ਪੜ੍ਹਿਆ ਸੀ। ਜਾਂ ਡੈਮੋਕ੍ਰੇਸੀ ਦੀਆਂ ਪਿਕਸ ਵੀ ਆਪਾਂ ਦੇਖੀਆਂ ਐਵੇਂ ਹੈ ਨਾ। ਅਸੀਂ ਰੀਪ੍ਰਜੈਂਟੇਸ਼ਨ ਆਪਣੇ ਪ੍ਰਤੀਨਿਧੀਆਂ ਨੂੰ ਚੁਣਦੇ ਹਾਂ ਇਲੈਕਸ਼ਨਜ਼ ਰਾਹੀਂ। ਸੋ ਇਹਨਾਂ ਦੇ ਵਿੱਚ ਹੁਣ ਜਿਵੇਂ ਕੁਐਸਚਨ ਆ ਗਏ, ਪਹਿਲਾ ਹੀ ਕੁਐਸਚਨ ਹੈ ਲੋਕਤੰਤਰ ਦਾ ਆਰੰਭ ਕਿੱਥੇ ਹੋਇਆ? ਸਾਰਿਆਂ ਨੂੰ ਪਤਾ ਹੈ ਨਾ, ਯੂਨਾਨ ਦੇ ਸ਼ਹਿਰ ਐਥਨਸ ਦੇ ਵਿੱਚ ਹੋਇਆ। ਸੋ ਪਹਿਲੇ ਦਾ ਰਿਪਲਾਈ ਸਾਨੂੰ ਪਹਿਲੀ ਲਾਈਨ ਦੇ ਵਿੱਚ ਹੀ ਮਿਲਦਾ ਵੀ ਕਿੱਥੇ ਹੋਇਆ? ਐਥਨਸ ਦੇ ਵਿੱਚ ਹੋਇਆ। ਵਿਆਪਕ ਮਤ ਅਧਿਕਾਰ ਤੋਂ ਕੀ ਭਾਵ ਹੈ? ਆਪਾਂ ਹੁਣ ਹੀ ਕੀਤਾ ਸੀ। ਵਿਆਪਕ ਮਤ ਅਧਿਕਾਰ ਜਦੋਂ ਸਾਰੇ ਬਾਲਗਾਂ ਨੂੰ ਇੱਕ ਨਿਸ਼ਚਿਤ ਉਮਰ ਤੋਂ ਉੱਪਰ, ਜਿਵੇਂ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ, ਤਾਂ ਉਸਨੂੰ ਵਿਆਪਕ ਮਤ ਅਧਿਕਾਰ ਬੋਲਦੇ ਹਾਂ। ਹੁਣ ਲੋਕਤੰਤਰ ਦਾ ਸਿਧਾਂਤ ਕੀ ਹੈ? ਆਪਾਂ ਗੱਲ ਕੀਤੀ ਸੀ ਲੋਕਤੰਤਰ ਦਾ ਸਿਧਾਂਤ ਸਮਾਨਤਾ ਅਤੇ ਸੁਤੰਤਰਤਾ। ਲੋਕਤੰਤਰ ਦਾ ਆਧਾਰ ਕੀ ਹੈ? ਸਮਾਨਤਾ ਅਤੇ ਸੁਤੰਤਰਤਾ। ਸੋ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਸਮਝ ਆ ਰਹੇ ਹੋਣਗੇ। ਕੁਐਸਚਨ ਬੜੇ ਸੌਖੇ ਨੇ, ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਚੈਪਟਰ ਦੇ ਵਿੱਚ। ਉਰੇ ਰਿਵੀਜ਼ਨ ਹੈ। ਦੇਖੋ, ਲੋਕਤੰਤਰ ਦੇਸ਼ ਵਿੱਚ ਡੈਸ਼ ਦਾ ਰਾਜ ਹੁੰਦਾ ਹੈ। ਹੁਣ ਜਿੱਥੇ ਲੋਕਤੰਤਰ ਹੈ ਉੱਥੇ ਕਿਹਦਾ ਰਾਜ ਹੋਊਗਾ? ਕਾਨੂੰਨ ਦਾ ਰਾਜ ਹੋਊਗਾ। ਸੋ ਲੋਕਤੰਤਰਿਕ ਦੇਸ਼ ਦੇ ਵਿੱਚ ਕਿਹਦਾ ਰਾਜ ਹੋਊਗਾ? ਕਾਨੂੰਨ ਦਾ ਰਾਜ ਹੋਊਗਾ। 17ਵੀਂ ਸਦੀ ਵਿੱਚ ਡੈਸ਼ ਵਿੱਚ ਕ੍ਰਾਂਤੀ ਆਈ, ਇੰਗਲੈਂਡ ਵਿੱਚ। ਸਭ ਤੋਂ ਪਹਿਲਾਂ ਕ੍ਰਾਂਤੀ ਕਿੱਥੇ ਆਈ ਸੀ? ਉਦਯੋਗਿਕ ਕ੍ਰਾਂਤੀ ਕਿੱਥੇ ਆਈ ਸੀ? ਇੰਗਲੈਂਡ ਦੇ ਵਿੱਚ ਆਈ ਸੀ। ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਡੈਸ਼ ਦੇਸ਼ਾਂ ਵਿੱਚ ਹੋਈ, ਯੂਰਪੀਅਨ ਕੰਟਰੀ ਦੇ ਵਿੱਚ ਹੋਈ। ਬੇਟਾ, ਯੂਰਪ ਦੇ ਜਿਹੜੇ ਦੇਸ਼ ਸੀ ਉਹਨਾਂ ਦੇ ਵਿੱਚ ਆਧੁਨਿਕ ਲੋਕਤੰਤਰ ਦੀ ਸਥਾਪਨਾ ਹੋਈ। ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਹੁੰਦਾ। ਦੇਖੋ, ਗਲਤ ਹੋ ਗਿਆ ਹੈ ਨਾ। ਜਿੱਥੇ ਸਰਵ ਬਾਲਗ ਮਤ ਅਧਿਕਾਰ ਹੋਵੇ ਜਾਂ ਵਿਆਪਕ ਮਤ ਅਧਿਕਾਰ ਹੋਵੇ, ਉੱਥੇ ਆਪਾਂ ਕਹਿੰਦੇ ਵੀ ਉਹ ਸਾਰੇ ਜਿਨ੍ਹਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ, ਬਿਨਾਂ ਕਿਸੇ ਭੇਦਭਾਵ ਤੋਂ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਸੋ ਪਹਿਲਾ ਆਪਣਾ ਸਹੀ ਗਲਤ ਕੀ ਹੋ ਗਿਆ? ਗਲਤ, ਰੋਂਗ ਹੈ ਪਹਿਲੇ ਵਾਲਾ ਬੇਟਾ, ਫਾਲਸ ਹੈ। ਦੂਸਰਾ ਆ ਗਿਆ ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਵਿੱਚ ਹੋਈ। ਨਹੀਂ, ਪਹਿਲਾਂ ਹੋਈ ਸੀ ਇੰਗਲੈਂਡ 'ਚ, ਫਿਰ ਹੋਈ ਸੀ ਫਰਾਂਸ ਦੇ ਵਿੱਚ।
ਸੋ ਇਹ ਸੈਕਿੰਡ ਹੈ ਜਿਹੜਾ, ਇਹ ਵੀ ਆਪਣਾ ਗਲਤ ਹੋ ਗਿਆ। ਸੋ ਆਈ ਥਿੰਕ ਵੀ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਊਗਾ, ਇਹਦੇ ਕੁਐਸਚਨ ਆਨਸਰ ਵੀ ਹੋ ਗਏ ਹੋਣਗੇ। ਹੁਣ ਤਾਂ ਰਿਵੀਜ਼ਨ ਯਾਦ ਕਰਨ ਦੀ ਵੀ ਲੋੜ ਨਹੀਂ, ਆਈ ਥਿੰਕ ਯਾਦ ਵੀ ਹੋ ਗਏ ਹੋਣਗੇ। ਸੋ ਇਸ ਨੂੰ ਇੱਕ ਵਾਰ ਫੇਰ ਤੋਂ ਤੁਸੀਂ ਆਪ ਪੜ੍ਹੋ ਅਤੇ ਇੱਕ ਦੋ ਵਾਰ ਇਹਨੂੰ ਰਿਵਾਈਜ਼ ਕਰ ਲਓ ਕੁਐਸਚਨਸ ਨੂੰ, ਤੁਹਾਨੂੰ ਪ੍ਰੋਪਰਲੀ ਯਾਦ ਹੋ ਜਾਣਗੇ, ਸਮਝ ਆ ਜਾਣਗੇ। ਹੈ ਨਾ, ਸਾਰਿਆਂ ਨੂੰ ਵਧੀਆ ਸਮਝ ਆ ਗਏ। ਸੋ ਆਪਣਾ ਧਿਆਨ ਰੱਖਿਓ, ਟੇਕ ਕੇਅਰ, ਬਾਏ ਬਾਏ।